हेलो गाइस, मेरी आवाज तो तक पहुंच रही है। प्लीज रिस्पॉन्स एटलीस्ट वंस अगेन। ओके, सो मनप्रीत सुनियो ध्यान नाल ते अमन ਤਾਂ स्ट्रक्चरल फंक्शन अप्रोच ਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਇੱਥੇ। ਠੀਕ ਹੈ, ਇਹ ਚੀਜ਼ਾਂ ਨਾ ਲਿਖਣਾ ਸ਼ੁਰੂ ਕਰਿਓ ਆਪਣੀ ਕਾਪੀ ਤੇ। ਠੀਕ ਹੈ, ਕਲਾਸ ਦੇ ਵਿੱਚ ਐਕਚੁਅਲੀ ਦੋ ਅਮਨ ਹੋ ਗਈਆਂ। ਠੀਕ ਹੈ, ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਕਿਹੜੀ ਅਮਨ ਕੌਣ ਆ ਐਕਚੁਅਲੀ। ਚਲੋ ਹੌਲੀ ਹੌਲੀ ਪਤਾ ਲੱਗਣ ਲੱਗ ਜਾਊਗਾ ਮੈਨੂੰ। ਤਾਂ ਜਦੋਂ ਮਾਸਟਰ ਕੈਡਰ ਪੜਾਉਂਦਾ ਸੀ ਉਸ ਟਾਈਮ ਕੁਲਦੀਪ ਨਾਮ ਦੀਆਂ ਕੁੜੀਆਂ ਘੱਟੋ ਘੱਟ 6 ਤੋਂ 7 ਹੋ ਗਈਆਂ ਸੀਗੀਆਂ। ਅਮਨਪ੍ਰੀਤ ਵੀ 4 ਤੋਂ 5 ਹੋ ਗਈਆਂ ਸੀ। ਬੜੀ ਕਨਫਿਊਜ਼ਨ ਹੁੰਦੀ ਸੀ ਕਿ ਵੀ ਕੌਣ ਕੀ ਪੁੱਛ ਰਿਹਾ। ਸੋ ਇੱਥੇ ਹਾਲੇ ਦੋ ਹੀ ਅਮਨ ਹੋਈਆਂ ਨੇ। ਡੋਂਟ ਵਰੀ, ਮੈਂ ਮੈਨੇਜ ਕਰ ਲੂੰਗਾ। ਸੋ ਸਟਰਕਚਰਲ ਫੰਕਸ਼ਨ ਅਪਰੋਚ, ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਸ ਅਪਰੋਚ ਨੂੰ ਲਿਆਉਣ ਦਾ ਜਿਹੜਾ ਮੋਟਿਵ ਸੀ ਉਹ ਕੀ ਸੀ। ਦੇਖੋ, ਅਪਰੋਚ ਦਾ ਮਤਲਬ ਕੀ ਹੈ। ਪਹਿਲਾਂ ਤਾਂ ਅਪਰੋਚ ਸਮਝ ਲਓ। ਅਪਰੋਚ ਕੀ ਹੁੰਦੀ ਹੈ? ਅਪਰੋਚ ਹੁੰਦੀ ਹੈ ਨਾ ਕਿ ਵੀ ਆਪਾਂ ਨੇ ਕਿਸੇ ਕੰਮ ਨੂੰ ਠਾਣ ਲਿਆ ਕਿ ਕਰਨਾ ਹੈ, ਤਾਂ ਉਸ ਕੰਮ ਵੱਲ ਵਧਣ ਦੀ ਅਪਰੋਚ। ਜਿਵੇਂ ਤੁਸੀਂ ਐਗਜ਼ਾਮ ਦੇਣ ਬਾਰੇ ਸੋਚ ਰਹੇ ਹੋ, ਐਗਜ਼ਾਮ ਦੇ ਰਹੇ ਹੋ ਤੇ ਉਸ ਦੀ ਤਿਆਰੀ ਕਰ ਰਹੇ ਹੋ ਤੇ ਉਸ ਐਗਜ਼ਾਮ ਨੂੰ ਕਰੈਕ ਕਰਨ ਵਾਸਤੇ ਜਿਹੜੀ ਤੁਹਾਡੀ ਅਪਰੋਚ ਹੈ, ਪਹੁੰਚ ਹੈ, ਉਹਦੇ ਉੱਪਰ ਤੁਸੀਂ ਕੰਮ ਕਰ ਰਹੇ ਹੋ। ਇਸੇ ਤਰ੍ਹਾਂ ਇਹ ਅਪਰੋਚਸ ਕਿਸੇ ਨਾ ਕਿਸੇ ਪਰਸਨ ਨੇ ਦਿੱਤੀਆਂ ਸੀ ਪੋਲੀਟੀਕਲ ਸਾਇੰਸ ਦੇ ਵਿੱਚ। ਤਾਂ ਤੁਹਾਨੂੰ ਜਿਵੇਂ ਕਿ ਪਤਾ ਹੈ, ਮੈਂ ਤੁਹਾਨੂੰ ਪੋਲੀਟੀਕਲ ਸਿਸਟਮ ਆਫ ਡੇਵਿਡ ਈਸਟਨ, ਕਿਸ ਦਾ? ਡੇਵਿਡ ਈਸਟਨ ਦਾ ਪੋਲੀਟੀਕਲ ਸਿਸਟਮ ਕਰਵਾ ਚੁੱਕੇ ਹਾਂ। ਡੇਵਿਡ ਈਸਟਨ ਕਹਿੰਦੇ ਇਸ ਤਰੀਕੇ ਦਾ ਪੋਲੀਟੀਕਲ ਸਿਸਟਮ ਹੋਣਾ ਚਾਹੀਦਾ। ਤਾਂ ਮਤਲਬ ਕਿ ਡੇਵਿਡ ਈਸਟਨ ਨੇ ਕੀ ਆ ਸੋਚਿਆ ਹੈ, ਵਿਚਾਰ ਹੈ ਕਿ ਇਸ ਤਰੀਕੇ ਦੇ ਨਾਲ ਪੋਲੀਟੀਕਲ ਸਿਸਟਮ ਹੋਣਾ ਚਾਹੀਦਾ। ਕਿਸ ਤਰੀਕੇ ਦੇ ਨਾਲ? ਜਿਸ ਦੇ ਵਿੱਚ ਕੀ ਆ, ਇਨਪੁਟ ਹੋਏਗਾ ਤੇ ਆਊਟਪੁੱਟ ਹੋਏਗੀ। ਇਨਪੁਟ ਦੇ ਵਿੱਚ ਕੀ ਹੋਏਗਾ? ਡਿਮਾਂਡ ਹੋਏਗੀ ਤੇ ਸਪੋਰਟ ਹੋਏਗੀ। ਆਊਟਪੁੱਟ ਦੇ ਵਿੱਚ ਕੀ ਹੋਏਗਾ? ਡਿਸੀਜਨ ਹੋਣਗੀਆਂ ਤੇ ਪॉलिसीज ਹੋਏਗਾ। ਤੇ ਇਨਪੁਟ ਹੋਏਗਾ ਕਿਹਨਾਂ ਦਾ? ਲੋਕਾਂ ਦੁਆਰਾ। ਤੇ ਆਊਟਪੁੱਟ ਕੌਣ ਹੋਏਗਾ? ਗਵਰਨਮੈਂਟ। ਤੇ ਇਸ ਦੇ ਵਿੱਚ ਇੱਕ এনवायरमेंट ਵੀ ਹੋਏਗਾ ਕਿ ਗਵਰਨਮੈਂਟ ਕਿਸ ਹਾਲਾਤਾਂ ਦੇ ਵਿੱਚ, ਕਿਸ ਸਰਕਮਸਟੈਂਸਿਸ ਦੇ ਵਿੱਚ ਕੀ ਹੈ, ਡਿਸੀਜਨ ਲੈ ਰਹੀ ਹੈ, ਪਾਲਿਸੀਆਂ ਬਣਾ ਰਹੀ ਹੈ। এনवायरमेंट ਹੋਏਗਾ ਤੇ ਫੀਡਬੈਕ ਹੋਏਗਾ। ਮੈਂ ਜਸਟ ਰਿਵਾਈਜ਼ ਕਰਵਾ ਰਿਹਾ, ਜਸਟ ਰਿਵਾਈਜ਼, ਠੀਕ ਹੈ, ਕਿਉਂਕਿ ਉਸ ਤੋਂ ਬਾਅਦ ਆਪਾਂ ਸਿੱਧਾ ਇੱਧਰ ਪਹੁੰਚ ਜਾਣਾ। ਤਾਂ ਡੇਵਿਡ ਈਸਟਨ ਕੀ ਕਹਿੰਦਾ ਇਨਪੁਟ ਹੋਵੇਗਾ ਤੇ ਆਊਟਪੁੱਟ ਹੋਏਗਾ। ਡਿਮਾਂਡ ਹਮੇਸ਼ਾ ਕੌਣ ਕਰਦੇ ਹੁੰਦੇ ਨੇ? ਲੋਕ ਕਰਦੇ ਨੇ ਆਪਣੇ ਵਰਗੇ। ਤੇ ਕੁਝ ਲੋਕਾਂ ਦੀ ਡਿਮਾਂਡ ਦੇ ਨਾਲ ਬਹੁਤ ਸਾਰੀ ਸਪੋਰਟ ਇਕੱਠੀ ਹੋ ਜਾਂਦੀ ਹੈ। ਜਿਵੇਂ ਕਿ ਕਹਿੰਦਾ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਈ ਆਨਲਾਈਨ ਤੇ ਆਫਲਾਈਨ ਕਲਾਸਿਸ ਕੋਵਿਡ ਦੇ ਦੌਰਾਨ ਬਹੁਤ ਸਾਰੇ ਬੱਚਿਆਂ ਨੂੰ ਦਿੱਕਤ ਹੋਣ ਲੱਗੀ ਤੇ ਇਹ ਦਿੱਕਤ ਦੇ ਵਿੱਚ ਕੀ ਹੈ, ਬਹੁਤ ਸਾਰੀ ਸਪੋਰਟ ਹੋ ਗਈ। ਐਗਰੀਕਲਚਰ ਬਿੱਲ ਵਾਸਤੇ ਸਪੋਰਟ। ਤਾਂ ਡਿਮਾਂਡ ਹਮੇਸ਼ਾ ਲੋਕ ਕਰਦੇ ਨੇ ਤੇ ਉਸ ਲੋਕਾਂ ਦੀ ਡਿਮਾਂਡ ਦੇ ਪਿੱਛੇ ਸਪੋਰਟ, ਮਤਲਬ ਕਿ ਬਹੁਤ ਸਾਰੀ ਭੀੜ ਇਕੱਠੀ ਹੋ ਜਾਂਦੀ ਹੈ। ਤੇ ਉਹ ਕਿਹੜੇ ਹਾਲਾਤ ਹੋਣਗੇ ਜਿਸ ਹਾਲਾਤਾਂ ਦੇ ਵਿੱਚ ਕੀ ਹੈ, ਆਹ ਡਿਮਾਂਡ ਤੇ ਸਪੋਰਟ ਪੋਲੀਟੀਕਲ ਸਿਸਟਮ ਦੇ ਵਿੱਚ ਐਂਟਰੀ ਮਾਰੇਗੀ। ਐਂਟਰੀ ਮਾਰਨ ਤੋਂ ਬਾਅਦ ਕੀ ਹੈ, ਸਰਕਾਰ ਤੱਕ ਪਹੁੰਚੂਗੀ ਤੇ ਗਵਰਨਮੈਂਟ ਵਿਚਾਰੂਗੀ, ਉਸ ਹਾਲਾਤਾਂ ਦੇ ਵਿੱਚ ਵਿਚਾਰੂਗੀ, ਡਿਸੀਜਨ ਲਊਗੀ ਤੇ ਡਿਸੀਜਨ ਲੈਣ ਤੋਂ ਬਾਅਦ ਕੀ ਆ, ਪਾਲਿਸੀਆਂ ਬਣਾਉਗੀ। ਤਾਂ ਇਹ ਪਾਲਿਸੀਆਂ ਹੋ ਸਕਦੀਆਂ ਨੇ ਪੋਜ਼ਿਟਿਵ ਵੀ ਤੇ ਨੈਗੇਟਿਵ ਵੀ। ਜੇ ਪੋਜ਼ਿਟਿਵ ਤੇ ਨੈਗੇਟਿਵ ਹੋਣਗੀਆਂ ਤਾਂ ਉਸਦਾ ਫੀਡਬੈਕ ਵੀ ਆਊਗਾ। ਤਾਂ ਫੀਡਬੈਕ ਕੌਣ ਆਊਗਾ? ਲੋਕਾਂ ਦੇ ਦੁਆਰਾ, ਕਿ ਇਸ ਸਰਕਾਰ ਨੂੰ ਦੁਬਾਰਾ ਅਸੀਂ ਆਉਣ ਨਹੀਂ ਦੇਣਾ। ਤਾਂ ਆ ਸੀ ਡੇਵਿਡ ਈਸਟਨ ਦੀ ਥਿਊਰੀ। ਤੇ ਡੇਵਿਡ ਈਸਟਨ ਦੀ ਥਿਊਰੀ ਦੇ ਵਿੱਚ ਜਿਹੜੇ ਚੇਂਜਸ ਕੀਤੇ ਸੀਗੇ ਉਹ ਕਿਹਨਾਂ ਨੇ ਕੀਤੇ ਸੀ? ਡੇਵਿਡ ਈਸਟਨ ਦੀ ਥਿਊਰੀ ਦੇ ਵਿੱਚ ਜਿਹੜੇ ਚੇਂਜਸ ਕੀਤੇ ਸੀ ਗਾਇਸ, ਉਹ ਕਿਹਨਾਂ ਨੇ ਕੀਤੇ ਸੀ? ਜੀ ਐਲਮੰਡ ਐਂਡ ਪੋਵਲ। ਗੈਬਰੀਅਲ ਐਲਮੰਡ ਤੇ ਪੋਵਲ ਦੋ ਵਿਅਕਤੀ ਸੀ
जिन्हां ने की है डेविड ईस्टन की जिहड़ी विचारधारा सी, आइडियोलॉजी सी, अप्रोच सीगा, उसदे विच की है सुधार लिआंदा है, निखारिया है, उसनूं पॉलिश किया। कहंदे हाँ जी तुहाडे जिहड़े पॉलिटिकल सिस्टम है बिल्कुल सही है, पर इस दे विच कुछ चेंजेस करने वाले ने। तो वो चेंजेस किहदे विच आए? तो डेविड ईस्टन की जिहड़ी पॉलिटिकल सिस्टम सी ना, सिस्टम अप्रोच सी, सिस्टम अप्रोच तो बाद की आई है स्ट्रक्चरल फंक्शन अप्रोच ऑफ एलमंड एंड पोवल। तो इसनों एक होर नाम नाल जानिया जाता है, की नाम है? सिस्टम फंक्शनल अप्रोच। सिस्टम फंक्शनल अप्रोच। गाइस अखा दिमाग कन सारा कुछ खोल के बैठियो, थोनों बहुत ईजीली समझ आ जाना है। मन्निया जाता है कि भी आह जिहड़ी थ्योरी है टिपिकल है, पर मैंने थोनों इसका बैकग्राउंड ते इत्थे तक पहुंचाता, ऐसे पहुंचाता। तो देखो जी, एक एलमंड ते पोवल दी एक बुक छपी सी 1966 दे विच। एक बुक पब्लिश हुई सी जिसका नाम सीगा कंपैरेटिव पॉलिटिक्स टुडे। कंपैरेटिव पॉलिटिक्स, इनू पंजाबी च बोलांगे अज दी तुलनात्मक, अज दी तुलनात्मक राजनीति। अज दी तुलनात्मक राजनीति। तो गाइस इस पंजाबी दे विच जानन दे लई इसनू ट्रांसलेट तो मैंने करता, पर ध्यान रखियो उत्थे कक्के दे नाल कंपैरेटिव, पप्पे दे नाल पॉलिटिक्स, टैंके दे नाल टूडे लिख के आ जाऊगा। फिर की करांगे? तक कोशिश करियो कि भी ज्यादा वर्ड्स नू की है इंग्लिश दे विच ही अंडरस्टैंड करियो ते याद करियो। कंपैरेटिव पॉलिटिक्स टुडे जिहड़ी बुक छपी सी एलमंड एंड पोवल दी, इस बुक दे विच की आ उन्हां ने की है स्ट्रक्चरल फंक्शन अप्रोच जां फिर सिस्टम फंक्शन अप्रोच दित्ती सी 1966 दे विच। ते इह ओ टाइम सीगा जदों अंतरराष्ट्रीय राजनीति दे विच की उथल पुथल, उथल पुथल मतलब की हले 45 दे विच वर्ल्ड वार खत्म हुई है सैकेंड, बहुत सारे देश आजाद हुए ने। देश जिहड़े आजाद हुए ने गरीब ने, डेवलप नहीं है, विकास नहीं है, ਉਹ आर्थिक तौर ते, राजनीतिक तौर ते मतलब कि बहुत कमजोर ने। ਉਹ ਟਾਈਮਾਂ ਦੇ ਵਿੱਚ ਕੀ ਆ, ਦੋ ਸੁਪਰ ਪਾਵਰਸ ਕਿਹੜੀਆਂ ਕਿਹੜੀਆਂ? USA ਤੇ USSR। ਕੋਲਡ ਵਾਰ ਸ਼ੁਰੂ ਹੋਈ ਪਈ ਹੈ, ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਭੀੜ, ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਰੇਸ, ਮੈਡ ਰੇਸ ਫॉर ਪਾਵਰ। ਆਪਣੇ ਆਪ ਨੂੰ ਸੁਪਰ ਪਾਵਰ ਦੀ ਦੌੜ ਲੱਗ ਰਹੀ ਹੈ ਦੋਨਾਂ ਦੇ ਵਿਚਕਾਰ। ਤੇ ਉਹ ਸਮਿਆਂ ਦੇ ਵਿੱਚ ਕੀ ਹੈ, ਰਾਜਨੀਤੀ ਦੇ ਵਿੱਚ ਕੀ ਹੈ, ਇਹਨਾਂ ਨੇ ਅਪਰੋਚ ਦਿੱਤੀ ਸੀ, ਇਹਨਾਂ ਨੇ ਦਿੱਤੀ ਸੀ। ਤਾਂ ਇਹ ਅਪਰੋਚ ਜਿਹੜੀ ਹੈ ਉਹ USA ਤੇ ਯੂਰਪੀਅਨ ਯੂਨੀਅਨ ਦੇ ਵਿੱਚ ਬਹੁਤ ਫੇਮਸ ਹੋਈ ਸੀ। EU ਤੇ ਯੂਰਪੀਅਨ ਯੂਨੀਅਨ ਦੇ ਵਿੱਚ ਕੀ ਹੈ, ਬਹੁਤ ਫੇਮਸ ਹੋਈ ਸੀ। ਤਾਂ ਡੇਵਿਡ ਈਸਟਨ ਦੇ ਪੋਲੀਟੀਕਲ ਸਿਸਟਮ ਵਿੱਚ ਬਦਲਾਅ ਲਿਆਂਦੇ ਤੇ ਆਪਣਾ ਪੋਲੀਟੀਕਲ ਸਿਸਟਮ ਪੇਸ਼ ਕੀਤਾ। ਦੁਬਾਰਾ ਫਿਰ ਬੋਲੂੰਗਾ, एलमंड एंड पोवल ने डेविड ईस्टन दे पॉलिटिकल सिस्टम विच बदलाव लियांदा अते अपना सिस्टम पेश किया, अपना सिस्टम पेश किया। यस, अपना सिस्टम अपने पेश किया। ठीक है, तो इत्थे मैं तुहानू पहला स्ट्रक्चर ਨੂੰ ਬੋਲਦੇ ਆ ਪੰਜਾਬੀ ਚ ਢਾਂਚਾ। ਤਾਂ ਪੋਲੀਟੀਕਲ ਸਿਸਟਮ ਦੇ ਵਿੱਚ ਢਾਂਚਾ ਕੀ ਹੁੰਦਾ? ਸਰਕਾਰ ਦਾ ਢਾਂਚਾ ਹੁੰਦਾ। ਪਹਿਲਾਂ ਤਾਂ ਮੈਂ ਤੁਹਾਨੂੰ ਐਲੀਮੈਂਟ ਤੇ ਪੋਵਲ ਦੇ ਅਕੋਰਡਿੰਗ ਢਾਂਚੇ ਕੀ ਹੁੰਦੇ ਨੇ, ਸਟਰਕਚਰ ਕੀ ਹੁੰਦੇ ਨੇ, ਉਹਨਾਂ ਬਾਰੇ ਦੱਸ ਦਿੰਨਾ। ਤਾਂ ਢਾਂਚਾ ਕਿਹੜਾ ਹੋਏਗਾ? ਢਾਂਚਾ ਕਿਸ ਦੇ ਵਿੱਚ ਹੋਏਗਾ? ਸਿਸਟਮ ਦੇ ਵਿੱਚ, ਰਾਜਨੀਤੀ ਦੇ ਵਿੱਚ ਢਾਂਚਾ ਹੋਏਗਾ। ਕਿਹੜਾ ਕਿਹੜਾ ਢਾਂਚਾ ਹੋਏਗਾ? ਜਿਵੇਂ ਕਿ लेजिस्लेटिव बॉडीज, जिन्हों की है लेजिस्लेचर भी बोल देते हैं गाइस, लेजिस्लेचर भी बोल दिया।
ਲੈਜਿਸਲੇਟਿਵ ਵੀ ਬੋਲ ਦਿੰਦੇ ਆ ਕਿਉਂਕਿ ਇੱਕ ਯੂਕੇ ਦੀ ਲੈਂਗੁਏਜ ਹੈ ਤੇ ਇੱਕ ਇੰਗਲੈਂਡ ਤੇ ਇੱਕ ਯੂਐਸਏ ਦੀ। ਲੈਜਿਸਲੇਟਿਵ ਤੇ ਲੈਜਿਸਲੇਟਿਵ ਇਹਨੂੰ ਬੋਲਦੇ ਆ ਆਪਾਂ ਵਿਧਾਨ ਪਾਲਿਕਾ, ਤੇ ਇਹ ਉਹ ਢਾਂਚਾ ਹੈ ਜਿਹੜਾ ਕਿ ਕਾਨੂੰਨ ਬਣਾਉਂਦਾ ਹੈ। ਤਾਂ ਸਰਕਾਰ ਦਾ ਢਾਂਚਾ ਹੋ ਗਿਆ ਲੈਜਿਸਲੇਟਿਵ ਬੋਡੀਜ਼ ਜਾਂ ਫਿਰ ਲੈਜਿਸਲੇਚਰ, ਇਹ ਵੀ ਢਾਂਚਾ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਢਾਂਚੇ ਨੇ? ਪੋਲੀਟੀਕਲ ਬੋਡੀਜ਼, ਜੇ ਪੋਲੀਟੀਕਲ ਪਾਰਟੀਆਂ ਨਹੀਂ ਹੋਣਗੀਆਂ ਫਿਰ ਢਾਂਚੇ ਦਾ ਫਿਰ ਸਰਕਾਰ ਤਾਂ ਬਣ ਹੀ ਨਹੀਂ ਸਕਦੀ। ਪੋਲੀਟੀਕਲ ਬੋਡੀਜ਼ ਵੀ ਹੈਗੀਆਂ ਨੇ। ਉਸ ਤੋਂ ਬਾਅਦ ਕੋਰਟਸ, ਜਿਹੜੇ ਕੋਰਟ ਹੋਣਗੇ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਸੁਪਰੀਮ ਕੋਰਟ ਜਾਂ ਫਿਰ ਹਾਈ ਕੋਰਟ ਜਾਂ ਫਿਰ ਡਿਸਟ੍ਰਿਕਟ ਕੋਰਟ, ਇਹ ਵੀ ਤਾਂ ਢਾਂਚੇ ਨੇ ਸਿਸਟਮ ਨੂੰ ਚਲਾਉਣ ਵਾਲੇ। ਯੈਸ, ਤਾਂ ਸਰਕਾਰ ਦੇ ਇਹ ਵੀ ਤਾਂ ਢਾਂਚੇ ਨੇ। ਇਸ ਤੋਂ ਇਲਾਵਾ ਹੋਰ ਕਿਹੜੇ ਨੇ? ਬਿਊਰੋਕਰਾਟ, ਬਿਊਰੋਕਰਾਟ ਕੌਣ ਹੁੰਦੇ ਨੇ? ਜਿਵੇਂ ਕਿ IAS ਆਫੀਸਰ, IPS ਆਫੀਸਰ, SDM। ਆਪਾਂ ਮੈਂ ਤੁਹਾਨੂੰ ਇੰਡੀਆ ਦੀ ਐਗਜ਼ਾਮਪਲ ਦੇ ਕੇ ਚੱਲ ਰਹੇ ਹਾਂ। ਇਹ ਕਿਹੜੇ ਨੇ? ਇਹ ਕਿਹੜੇ ਨੇ? ਨੌਕਰ, ਸਰਕਾਰ ਦੇ ਨੌਕਰ, IAS ਆਫੀਸਰ। ਤਾਂ ਗਾਇਜ਼ ਇਹ ਸਾਰੇ ਦਾ ਸਾਰਾ ਕੀ ਹੈ? ਢਾਂਚਾ ਹੈ ਜਿਹੜਾ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਨਿਖਾਰ ਪੋਲਿਸ਼ ਕਰਕੇ ਕਿਹਨਾਂ ਨੇ ਪੇਸ਼ ਕੀਤਾ ਹੈ? ਐਲਮੰਡ ਐਂਡ ਪੋਵਲ ਨੇ 1966 ਦੇ ਵਿੱਚ ਆਪਣੀ ਜਿਹੜੀ ਬੁੱਕ ਹੈ, ਬਹੁਤ ਇੰਪੋਰਟੈਂਟ ਹੈ ਕਿ ਕੰਪੈਰੀਟਿਵ ਪੋਲਿਟਿਕਸ ਟੂਡੇ ਕਿਸ ਦੀ ਰਚਨਾ ਹੈ, ਕਦੋਂ ਛਪੀ ਸੀ, ਇਸ ਰਚਨਾ ਦੇ ਵਿੱਚ ਕਿਸ ਚੀਜ਼ ਦਾ ਡਿਸਕ੍ਰਿਪਸ਼ਨ ਦਿੱਤਾ, ਇੱਥੇ ਤੱਕ ਪੁੱਛ ਕੇ ਸਾਰ ਸਕਦੇ ਨੇ। ਤੇ ਬਹੁਤ ਸਾਰੀ ਭੀੜ ਸਾਈਡ ਤੇ ਹੋ ਜਾਊਗੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੋਗਾ ਕਿ ਵੀ ਇਹ ਹੈ ਕੀ ਹੈ, ਕਿਉਂਕਿ ਤਿਆਰੀ ਕੋਈ ਨਹੀਂ ਕਰ ਰਿਹਾ ਗਾਇਸ, ਟੂ ਬੀ ਫਰੈਂਕ। ਡੀਪ ਜਿੰਨਾ ਮਰਜ਼ੀ ਚਲੇ ਜਾਓ, ਮੈਂ ਡੀਪ ਲੈ ਕੇ ਜਾਊਂਗਾ, ਪਰ ਇਹ ਆਪਣੇ ਆਪ ਦੇ ਵਿੱਚ ਇੱਕ ਫੈਕਟ ਹੈ ਜਿਹੜਾ ਕਿ ਐਗਜ਼ਾਮ 'ਚ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਇਸ ਫੈਕਟ ਨੂੰ ਕੀ ਹੈ ਤੁਸੀਂ ਇਗਨੋਰ ਨਹੀਂ ਕਰ ਸਕਦੇ ਤੇ ਨਾ ਹੀ ਮੈਂ ਇਗਨੋਰ ਕਰਨ ਦਊਂਗਾ। ਤਾਂ ਇਹਨਾਂ ਦੇ ਅਕੋਰਡਿੰਗ ਢਾਂਚੇ ਪਤਾ ਲੱਗ ਗਏ। ਤਾਂ ਆਪਣੇ ਇੰਡੀਆ ਦੇ ਵਿੱਚ ਵੀ ਤਾਂ ਢਾਂਚੇ ਹੈਗੇ ਨੇ। ਜੇ ਮੈਂ ਤੁਹਾਨੂੰ ਦੱਸਾਂ ਗਵਰਨਮੈਂਟ ਦੇ ਕਿੰਨੇ ਢਾਂਚੇ ਹੁੰਦੇ ਨੇ, ਜੋ ਮੈਕਾਵਲੀ ਸੀ ਨਾ, ਮੈਕਾਵਲੀ ਨੇ ਕਿਹਾ, ਸੌਰੀ ਮੈਕਾਵਲੀ ਛੱਡੋ, ਜਿਹੜੇ ਅਸਲ ਦੇ ਵਿੱਚ ਗਵਰਨਮੈਂਟ ਦੇ ਢਾਂਚੇ ਹੁੰਦੇ ਨੇ ਕਿੰਨੇ ਹੁੰਦੇ ਨੇ? 3 ਐਲੀਮੈਂਟਸ ਹੁੰਦੇ ਨੇ। ਅਸਲ 'ਚ ਸਰਕਾਰ ਦੇ ਢਾਂਚੇ ਕਿੰਨੇ ਹੁੰਦੇ ਨੇ? 3 ਤਰ੍ਹਾਂ ਦੇ ਹੁੰਦੇ ਨੇ। ਆਪਣੇ ਇੰਡੀਆ ਦੇ ਵਿੱਚ ਕੀ ਹੈ? ਲੈਜਿਸਲੇਚਰ ਹੈ, ਐਗਜ਼ੀਕਿਊਟਿਵ ਹੈ, ਜੁਡੀਸ਼ਰੀ ਹੈ। ਯੈਸ, ਇਹ ਵੀ ਤਾਂ ਢਾਂਚੇ ਨੇ ਸਿਸਟਮ ਨੂੰ ਚਲਾਉਣ ਵਾਲੇ ਢਾਂਚੇ। ਇਹ ਕਾਨੂੰਨ ਬਣਾਉਂਦੀ ਹੈ, ਇਹ ਕਾਨੂੰਨਾਂ ਨੂੰ ਲਾਗੂ ਕਰਵਾਉਂਦੀ ਹੈ। ਜਿਹੜੇ ਕਾਨੂੰਨ ਲੋਕਾਂ ਦੇ ਹਿੱਤਾਂ ਦੀ ਉਲੰਘਣਾ ਕਰਦੇ ਨੇ, ਲੋਕਾਂ ਦੇ ਹਿੱਤਾਂ ਦੀ ਉਲੰਘਣਾ ਕਰਦੇ ਨੇ, ਜਾਂ ਫਿਰ ਕਈ ਲੋਕ ਜਨਤਾ ਕੀ ਹੈ, ਕੋਈ ਵੀ ਕ੍ਰਾਈਮ ਕਰਦੀ ਹੈ ਉਸ ਕ੍ਰਾਈਮ ਦੇ ਅਕੋਰਡਿੰਗ ਸਜ਼ਾ ਸੁਣਾਉਂਦੀ ਹੈ। ਕੌਣ? ਇਹ ਜੁਡੀਸ਼ਰੀ। ਤੇ ਇਹ ਜੁਡੀਸ਼ਰੀ ਵਿਧਾਨ ਪਾਲਿਕਾ ਦੇ ਦੁਆਰਾ ਬਣਾਏ ਹੋਏ ਕਾਨੂੰਨਾਂ ਨੂੰ ਵੀ ਰੱਦ ਕਰ ਸਕਦੀ ਹੈ, ਨਲ ਐਂਡ ਵੋਇਡ ਕਰ ਸਕਦੀ ਹੈ ਵੈਨ, ਜਦੋਂ ਉਹ ਵਾਇਲੇਟ ਕਰ ਰਹੇ ਨੇ ਲੋਕਾਂ ਦੇ ਰਾਈਟਸ, ਉਲੰਘਣਾ ਕਰ ਰਹੇ ਨੇ ਲੋਕਾਂ ਦੀ, ਉਦੋਂ ਇਹ ਇਹਨਾਂ ਦੁਆਰਾ ਬਣਾਏ ਗਏ ਸੰਵਿਧਾਨਿਕ ਅਮੈਂਡਮੈਂਟਾਂ ਨੂੰ ਵੀ ਕੀ ਕਰ ਸਕਦੀ ਹੈ? ਅਸੰਵਿਧਾਨਿਕ ਕਰ ਸਕਦੀ ਹੈ, ਅਨਕਨਸਟੀਟਿਊਸ਼ਨਲ ਕੋਸ਼ਿਸ਼ ਕੀਤੀ ਹੈ। ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜਿਹੜੀ 99th ਅਮੈਂਡਮੈਂਟ 99th ਅਮੈਂਡਮੈਂਟ ਹੋਈ ਸੀ ਸਰਕਾਰ ਦੇ ਦੁਆਰਾ, ਮੋਦੀ ਸਰਕਾਰ ਹਾਲੇ ਨਵੀਂ ਆਈ ਸੀ, ਉਹਨਾਂ ਨੇ ਕੀ ਆ 99ਵੀਂ ਅਮੈਂਡਮੈਂਟ ਕਰਤੀ। ਤੇ ਉਸ 99ਵੀਂ ਅਮੈਂਡਮੈਂਟ ਦੇ ਵਿੱਚ ਪਤਾ ਕੀ ਸੀ? ਜਿਹੜੀ ਆਪਣੀ ਨਿਆਂਪਾਲਿਕਾ ਹੈ, ਸੁਪਰੀਮ ਕੋਰਟ ਹੈ, ਇਹਨਾਂ ਨੂੰ ਹੀ ਖਤਰੇ 'ਚ ਪਾਤਾ। ਇਸ 99th ਅਮੈਂਡਮੈਂਟ 'ਚ ਕੀ ਕਿਹਾ ਗਿਆ ਸੀ ਮੋਦੀ ਸਰਕਾਰ ਨੇ? ਕਾਦੇ ਵਾਸਤੇ? ਕਿ ਹੁਣ ਸੁਪਰੀਮ ਕੋਰਟ ਦੇ ਜੱਜ ਅਸੀਂ ਚੁਣਾਂਗੇ, ਮਤਲਬ ਕਿ ਰਾਜਨੇਤਾ ਦੇਸ਼ ਦੇ ਮੰਤਰੀ ਚੁਣਨਗੇ ਤੇ ਉਸ ਦੇ ਵਿੱਚ ਜੱਜ ਵੀ ਹੋਣਗੇ ਤੇ ਮੰਤਰੀ ਵੀ ਹੋਣਗੇ, ਲਾਅ ਮਿਨਿਸਟਰ ਵੀ ਹੋਊਗਾ। 6 ਬੰਦਿਆਂ ਦਾ ਢਾਂਚਾ ਹੋਊਗਾ। ਸੁਪਰੀਮ ਕੋਰਟ ਨੂੰ ਲੱਗਿਆ ਕਿ ਵੀ ਇਹਨਾਂ ਨੇ ਤਾਂ ਸਾਨੂੰ ਵੀ ਖਤਰੇ 'ਚ ਪਾਤਾ, ਤਾਂ ਕੀ ਕਰਤਾ ਇਸਨੇ? ਇਹਨੂੰ ਭੰਗ ਕਰਤਾ। ਤੇ ਮੈਂ ਇੱਥੇ ਮੁੱਦੇ ਤੇ ਆ ਰਿਹਾ। ਤਾਂ ਕਹਿਣ ਦਾ ਮਤਲਬ ਢਾਂਚੇ ਕਿਹਨੂੰ ਕਹਿੰਦੇ ਨੇ, ਸਟਰਕਚਰ ਕਹਿੰਦੇ ਨੇ। ਦੇਖੋ ਇੱਥੇ ਵਰਡ ਜਿਹੜਾ ਸਟਰਕਚਰ ਹੈ ਨਾ, ਇੱਥੋਂ ਹੀ ਘਬਰਾਹਟ ਹੋਣੀ ਸ਼ੁਰੂ ਹੁੰਦੀ ਹੈ ਕਿ ਵੀ ਇਹ ਸਟਰਕਚਰਲ ਫੰਕਸ਼ਨ ਕੀ ਹੁੰਦੇ ਨੇ।
ਤਾਂ ਆਈ ਹੋਪ ਕਿ ਤੁਹਾਨੂੰ ਪਤਾ ਲੱਗੇ ਸਟਰਕਚਰ ਹੁੰਦੇ ਕੀ ਨੇ, ਸਰਕਾਰ ਦੇ ਢਾਂਚੇ ਕੀ ਹੁੰਦੇ ਨੇ, ਆਪਣੇ ਇੰਡੀਆ ਦੇ ਢਾਂਚੇ ਇਹ ਨੇ। ਡਨ ਹੈ ਤੱਕ गाइस, तक डन? अमन, मनप्रीत ओके तक? गाइस रिस्पॉन्स मी प्लीज। एवरीथिंग इज ओके टिल नाउ? हुण तक सारा कुछ ओके रहा? समझ आ गया? अमन कहला जी तुसी मैसेज बहुत घट करते हो, प्लीज मैसेज कर दिया करो। मैनू ऐ लगता कि तुसी सो गए हो क्लास दे विच। अगे स्ट्रक्चर पता लग गया। ते डेविड ईस्टन तो बाद एलिमेंट ते पोवल ने अपना एक मॉडल तैयार किया। वो मॉडल किहड़ा सी? ओही स्ट्रक्चरल फंक्शन अप्रोच, जिस दे विच की होएगा? पॉलिटिकल सिस्टम होएगा, मेनली पॉलिटिकल सिस्टम होगा। ते इन्हां ने किया कि हाँ जी साडे मॉडल दे विच की है, इनपुट है ते आउटपुट है। डेविड ईस्टन दे मॉडल दे विच इनपुट दे विच किन्ने एलिमेंट सी? 2 सी। आउटपुट च की सी? 2 सी। पर इन्हां दे इनपुट दे विच किन्ने ने? 4 ने। ते आउटपुट च किन्ने ने? 3 ने। एक एक करके समझांगे। तो इत्थे मैं पहला लिख रहा फर्स्ट वन। पहला की है? पहला है पॉलिटिकल सोशलाइजेशन। समझांगे पॉलिटिकल सोशलाइजेशन किनू बोलते हैं। रिक्रूटमेंट, पॉलिटिकल सोशलाइजेशन इंग्लिश दे विच तुहानू मैं दस्सिया, इहनू पंजाबी च बोलूंगा समाजिक राजनीति। समाजिक राजनीति कहने का मतलब आपां छोटे हुंदे सी, जदों आपां छोटे हुंदे सी अपने घर दे की है वोट पा के आए हुंदे सी, है ना। ते आपां देखदे सीगे कि बई मेरे घर दे वोट पा के आए ने, कि भी आपां नू लगदी सी नवीं चीज, है ना। हौली हौली आपां वड्डे होए ते आपां वड्डियां क्लासां दे विच गए ते आपां ने पॉलिटिकल साइंस बारे पढ़ना शुरू किया कि भी गवर्नमेंट हुंदी की है, ये एमपी हुंदा कौन है, ये एमएलए हुंदा कौन है, ये वोटां दे विच कौन चुनिया जांदा ते कौन हारदा, ते हुण ये सीएम कित्थे हुंदा ते पीएम कित्थे हुंदा। हौली हौली आपां नू जानन लगे ते कहण दा मतलब कि आपां उस राजनीतिक समाजीकरण दे विच की है समझण लग गए। आपां ने पढ़िया वड्डियां क्लासां च कि हुंदा की है सारा कुछ, ते आपां उसका समाजीकरण हो गए, मतलब कि आपां उस लैवल ते पहुंच गए कि आपां नू पता लगन लग गई कि भी वोट पानी है, ते वोट पानी है ते आपां नू पता लग गया साडा अधिकार है, पर साडे तो जबरदस्ती कोई वोट नहीं पवा सकदा। पर हाँ वोट तो एक दिन पहला की है सैटिंग हो जाती है। वो आपां नू कदों पता लगदा? जो आपां 25-30 सालां दे हुंदे आ कि भी सैटिंग हो गई। मतलब आज दे टाइम दे विच आपां पॉलिटिकल सिस्टम दे विच एक्टिव हैगे आ कि नहीं हैगे? यस, बहुत एक्टिव है। छोटे तो छोटे बच्चे ने भी पता लग गया कि पंजाब दे विच आप पार्टी जित गई ते दूजी पार्टियां दा सफाया करता। तां इह की है? राजनीतिक समाजीकरण। पता लग गया ना सारा कुछ। ऐ भी पता लग गया कित्थों केड़ा जित्तिया। पहला लोकां नूं इन्नी नॉलेज नहीं हुंदी सी राजनीति दे बारे, पर हुण की है छोटे बच्चे तो लैके अडल्ट तो लैके बजुर्ग तां तुहानूं पता ही है सारा दिन गल्लां ही करदे ने किस दियां? राजनीति दियां। तो समाजीकरण हो गया ना राजनीति का। यस कहना पहला समाजीकरण होगा राजनीति का। रिक्रूटमेंट का मतलब भर्ती। आपां कोशिश करते हैं कि आपां उस दे विच भर्ती होईए, कहने का मतलब राजनीति दे विच की है पार्टिसिपेट करिए, आपां वोट दईए। वोटां दे दौरान अपने इत्थे इंक भी लगूगी तो आपां कहने अगले दिन वोट पा के आया सी, दिखा के अपनी उंगल दिखा, फिंगर दिखा। यस आपां शो करते हैं ते उस फिंगर दे उपर की केड़ी इंक लगी हुंदी है? सिल्वर नाइट्रेट।
वोटिंग वाले दिन अपनी इंक के ऊपर की लगती है, फिंगर के ऊपर की लगती है इंक, सिल्वर नाइट्रेट। आ भी पॉलिटी का क्वेश्चन है, पॉलिटी का क्वेश्चन है। चलो जी, पॉलिटिकल सोशलाइजेशन ते रिक्रूटमेंट पता लग गया। दूजे नंबर ते की है, इंटरेस्ट आर्टिकुलेशन। इंटरेस्ट आर्टिकुलेशन का गाइस मतलब हुंदा है हित स्पष्टीकरण। हित स्पष्टीकरण, अपने सारे दे कोई ना कोई हित है कि नहीं। जे आपां ने वोट पाई है, आपां ने सरकार चुनी आ, तो अपनियां भी बहुत सारिया डिमांडा ने, आपां नूं अपने हितां बारे पता होगा कि साडे ਇਹ हित ने, साडे सानू हक दो, साडा हक इत्थे रख। ਉਹ वाला सिस्टम ਉਹਨੂੰ बोलते हैं कि लोगों ਨੂੰ जाणू हो जाणगे कि भी ਉਹਨਾਂ ਦੇ हित की ने जिन्हां नूं सरकार नूं चुनिया है ਉਹਨਾਂ ने, ਤੇ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰੇ ਸਰਕਾਰ। ਸਮੇਂ-ਸਮੇਂ ਸਿਰ ਕੀ ਆ ਸੁਧਾਰ ਲਿਆਵੇ, ਆਪਣੀਆਂ ਪਾਲਿਸੀਆਂ ਦੇ ਵਿੱਚ ਵਿਚਾਰ ਕਰੇ। ਯੈਸ ਐਗਜ਼ੈਕਟਲੀ। इंटरेस्ट एग्रीगेशन। इंटरेस्ट एग्रीगेशन का मतलब हुंदा है गाइस हित समूहीकरण। हित समूहीकरण के सारे समूहां दा, सारे लोकां दा, सारे ग्रुप दा की है हित की है सेम है, मतलब डिमांड सेम है। अपने पूरे पूरे दे पंजाब दी डिमांड की सी कि हाँ जी एग्रीकल्चर बिल वापस लेने चाहिए ने, किन्हां नूं, भारत दी सरकार नूं, सेंट्रल गवर्नमेंट नूं। ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਵੀ ਆਹ ਮੁੱਦਾ ਉਹ ਮੁੱਦਾ ਹੋਣਾ ਚਾਹੀਦਾ ਹੈ, ਤਾਂ ਉਹ ਸਮੂਹੀਕਰਨ ਕੇ ਹਿੱਤ ਕੀ ਹੈ ਸਾਂਝੇ ਹੋ ਗਏ ਨੇ, ਤੇ ਉਹ ਹਿੱਤ ਸਰਕਾਰ ਸਾਡੇ ਮੰਨੇ ਤੇ ਪੂਰੇ ਕਰੇ, ਉਹ ਹੈ ਹਿੱਤ ਸਮੂਹੀਕਰਨ। ਇਹਨਾਂ ਦੇ ਇਨਪੁਟ ਦੇ ਵਿੱਚ ਐਲੀਮੈਂਟ ਤੇ ਪੋਵਲ ਦੇ ਵਿੱਚ। ਤੇ ਚੌਥੇ ਨੰਬਰ ਤੇ ਹੈਗਾ ਹੈ, ਫੋਰਥ ਨੰਬਰ ਤੇ ਕੀ ਹੈ, ਰੂਲ ਐਡਜੂਡੀਕੇਸ਼ਨ। रूल एडजुडिकेशन एक चीज और लिख लियो, रूल एप्लीकेशन लिखवा था, रूल एप्लीकेशन, वेट वेट, नहीं 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 हाले नहीं, ठीक है। इंटरेस्ट एग्रीगेशन नहीं, इंटरेस्ट आर्टिकुलेशन तो बाद आएगा, एक मिनट, पॉलिटिकल सोशलाइजेशन, इंटरेस्ट आर्टिकुलेशन, इंटरेस्ट एग्रीगेशन। इंटरेस्ट एग्रीगेशन तो बाद ठीक है, जेड़ा अगला आएगा पॉलिटिकल कम्युनिकेशन। पॉलिटिकल कम्युनिकेशन ਆਪਾਂ ਨੂੰ ਛੋਟੀ ਉਮਰ ਤੋਂ, ਐਡਲਟ ਏਜ ਤੋਂ ਬਾਅਦ 18 ਸਾਲ ਤੋਂ ਬਾਅਦ ਵੋਟ ਪਾਣਾ ਪਤਾ ਲੱਗ ਗਿਆ। ਵੋਟ ਪਾਣ ਤੋਂ ਬਾਅਦ ਕੀ ਆ, ਆਪਾਂ ਨੂੰ ਸਾਡੇ ਅਧਿਕਾਰਾਂ ਦਾ ਪਤਾ ਲੱਗ ਗਿਆ, ਸਾਡੀਆਂ ਨੀਡਸ ਦਾ ਪਤਾ ਲੱਗ ਗਿਆ, ਜ਼ਰੂਰਤਾਂ ਦਾ ਪਤਾ ਲੱਗ ਗਿਆ, ਸਾਡੀਆਂ ਡਿਮਾਂਡਾਂ ਦਾ ਪਤਾ ਲੱਗ ਗਿਆ। ਐਗਰੀਗੇਸ਼ਨ ਇਕੱਠੀਆਂ, ਹਿੱਤ ਸਮੂਹੀਕਰਨ, ਇਕੱਠੀਆਂ ਹੋ ਗਈਆਂ ਡਿਮਾਂਡਾਂ ਸਾਰੀਆਂ ਦੀ ਕਾਮਨ। ਤੇ ਤੀਜੇ ਨੰਬਰ ਤੇ ਹੈ ਪੋਲੀਟੀਕਲ ਕਮਿਊਨੀਕੇਸ਼ਨ। इस पॉलिटिकल कम्युनिकेशन दे विच कौन आएगा, पॉलिटिकल कम्युनिकेशन दे विच कौन आएगा, प्रेस मीडिया। प्रेस मीडिया, न्यूज़पेपर, सोशल मीडिया, फेसबुक हो गया, व्हाट्सएप हो गया, सारे एक्टिव ने। मतलब कि सरकार दे कन्ना दे विच ये डिमांडा पहुंचणगियां किवें, करके आए सी ना कम्युनिकेशन थ्योरी। तो कम्युनिकेशन थ्योरी इस तो पहला रखियां ने, ते कम्युनिकेशन थ्योरी नूं भी पोवल ते एलिमेंट ने अपने पॉलिटिकल सिस्टम च वाड़ता। कहंदे कम्युनिकेशन बहुत वड्डा रोल अदा करता है। हुण दिल्ली दे विच की है, एग्रीकल्चर प्रोटेस्ट चल रहा सीगा, वो सारा टेलीकास्ट कौन दिखा रहा सी, न्यूज़पेपर, प्रेस मीडिया, लाइव टेलीकास्ट। पता लग रहा सी कि इन्हां आम लोगों के नाल नाल की है, सेंटर गवर्नमेंट के उपर भी प्रैशर पै रहा सी। कोई मंत्री फड़िया गया करप्शन दे विच,
मीडिया ने शो करता, पहुंच गया, रस्ता है। यह संचार का साधन है पॉलिटिकल कम्युनिकेशन। होर बहुत सारिया चीजां डेली रोजाना लाइफ दे विच आपां पढ़दे हां, उत्थे यह हो गया, सरकार ने यह करता। जे मीडिया सरकार दीयां गल्लां अपने तक पहुंचाता है तो आपां भी तां पहुंचाने हां। सरकार किवें पहुंचाउंदी है? कोई ना कोई नवां बिल पास करके आपां नूं पता लग गया कि अच्छा हुण सरकार ने यह रूल बनाता, अच्छा हुण यह अमेंडमेंट करती, अच्छा हुण इन्हां नूं अधिकार देता, अच्छा कि 10 साल वास्ते रिजर्वेशन होर वधाता, अच्छा लोक सभा दे विच 2 एंग्लो इंडियंस दीयां सीट हुंदियां सी ते विधान सभा दे विच एक एंग्लो इंडियन दी सीट हुंदी सी, वो खत्म करती। 104 अमेंडमेंट च होया गाइस। तो वो है पॉलिटिकल कम्युनिकेशन। ये इनपुट है, डेविड ईस्टन का इनपुट भी सीगा ते एलिमेंट ते पॉवल का इनपुट भी है। ते आउटपुट ते यह इनपुट किन्हां दे वल्लों है? ਇਹਦੇ ਵਿੱਚ कौन शामिल ने? फिर लोग शामिल ने, इस दे विच भी लोग शामिल ने। ते इस दे विच की आएगा? रूल मेकिंग फंक्शन। रूल कौन बनाएगी? जो शासन कर रही है, जो रूल कर रही है, रूल मेकिंग फंक्शन ने, इसने सरकार दे ऊपर की है प्रभाव पाता, इंपैक्ट पिया, इन्फ्लुएंस हुई है गवर्नमेंट का। उन्होंने सोचा कि भी हाँ जी सानू मन लैनियां चाहिए ने, क्योंकि मेजोरिटी ऑफ पीपल इन द फेवर ऑफ दिस दैट। तो रूल मेकिंग फंक्शन कौन बनाती है? रूल कौन बनाती है? कानून कौन बनाती है? जो सरकार के उपर प्रभाव पैदा है, कहते उदो इनपुट पावांगे ते आउटपुट यह निकल के आऊगा, आउटपुट यह निकल के आऊगा। रूल एप्लीकेशन। सरकार रूल बनाओगी तो जरूर, पर देख के, हालातों को देख के कि यह चीज पॉसिबल है या नहीं। जिवें कि तुहानूं एग्जांपल दी सी कि जिन्हां ने B.Ed की हुई है, उन्होंने की है टीचिंग ऑफ SST, ते सरकार कहती है कि भी कल्ले टीचिंग ऑफ हिस्टरी या टीचिंग ऑफ पॉलिटी वाले ही क्वालीफाई ने किस लैक्चरर कैडर। तो डिमांड किन्हां दी है? आम जनता दी है, विद्यार्थियों की है, स्टूडेंट्स की है। किन्हां सामने है? वो सरकार सामने ने। किवें पहुंच रही है? सोशल मीडिया, धरने लग रहे हैं, प्रोटेस्ट चल रहे हैं, सोशल मूवमेंट्स चल रही ने। तो देखोगी ना उसकी कोई ना कोई रूल एप्लीकेशन का नियम तो होगा ना, नियम के अकॉर्डिंग ही चलूगी। जां पहला उन्होंने SST वालियां नूं एलिजिबल करता सी किस दे विच? लैक्चरर कैडर दे विच, ते हुण भी तां करनगे, रूल के अकॉर्डिंग करनगे। जां तां पहला रूल क्यों तोड़िया? सरकार कह सकती है पिछली सरकार ने करता, असीं नहीं कर सकते, करना पऊगा। प्रैशराइज, प्रैशर वध रहा ते 99% मैं कह सकता कि भी होगा रूल के अकॉर्डिंग। उस तो बाद रूल एडजुडिकेशन फंक्शन। रूल एप्लीकेशन नूं आपां की कह सकते हैं? इंप्लीमेंटेशन। जिहड़ा रूल बनाया है उसनूं नियमां दे अनुसार लागू करना, इनू इंप्लीमेंटेशन भी कह सकते हैं। एप्लीकेशन रूल के अकॉर्डिंग, रूल इंप्लीमेंटेशन उन्होंने लागू करवाना, उसनों लागू करवाना गाइस। ते अगला है रूल एडजुडिकेशन फंक्शन। पंजाबी च बोलूंगा, नियम अनुसार निर्णय देन दा कारज। नियम अनुसार निर्णय देन दा कारज मतलब कि डिसीजन लेना, नियम अनुसार डिसीजन लेना कि यह करना सही रहूगा कि यह करना गलत रहूगा, या फिर एडामेंट ने, एडा मतलब कि ढीठ ने, पक्के ढीठ ने।
ਤਾਂ ਚੈਲੰਜ ਸਰਕਾਰ ਦੇ ਸਾਹਮਣੇ ਇਹ ਤਿੰਨ ਚੈਲੰਜ ਹੁੰਦੇ ਨੇ। ਇਹ ਕਹਿ ਰਹੇ ਨੇ ਐਲੀਮੈਂਟ ਐਂਡ ਪੋਵਲ। ਐਲੀਮੈਂਟ ਤੇ ਪੋਵਲ ਕਹਿੰਦੇ ਡੇਵਿਡ ਈਸਟਨ ਤੂੰ ਟੈਨਸ਼ਨ ਨਾ ਲੈ, ਅਸੀਂ ਤੇਰੇ ਮਾਡਲ 'ਚ ਕਮੀ ਨਹੀਂ ਕੱਢ ਰਹੇ, ਤੇਰੇ ਮਾਡਲ ਦੀ ਹੈਲਪ ਦੇ ਨਾਲ ਹੀ ਅਸੀਂ ਆਪਣਾ ਮਾਡਲ ਤਿਆਰ ਕਰ ਰਹੇ ਹਾਂ। ਉਹ ਸਾਡਾ ਮਾਡਲ ਇਹ ਹੈ ਪੋਲੀਟੀਕਲ ਸਿਸਟਮ ਦੇ, ਆਹੀ ਹੈ ਫੰਕਸ਼ਨਲ ਸਿਸਟਮ ਅਪਰੋਚ, स्ट्रक्चरल फंक्शन अप्रोच, सिस्टम फंक्शन अप्रोच, कुछ नहीं है, यही ने। तो आह इनपुट आउटपुट याद रखने ने, यही जो है निचोड़ है, बाकी सारी कहानियां ने। मैं इसकी कहानी भी सुना चुकी, इसकी कहानी भी, इसकी कहानी भी, इसकी कहानी, ये कहानियां नहीं आनी, ये कहानियां नहीं आनियां। जे आनियां ने तो तुहानू पता है कि हर एक चीज का मतलब है। तो इत्थे लोक है, इत्थे सरकार है, इनपुट है, आउटपुट है। तो इत्थे गाइस फीडबैक भी होएगा, एनवायरनमेंट भी होएगा। एनवायरनमेंट केड़ा होगा तुहानू सब नू पता, सरकार जान तो पहला की है पोस्टां कट के जाती है कि भी सारे विद्यार्थी सारे बेरोजगारो सानू वोट पा दिओ, असीं तां तुहाडे वास्ते पोस्टां कट के जा रहे हैं। आह है एनवायरनमेंट। 5 साल फुल समझ सकते हो, अगे खाली थाम छड्डती मैंने, फिलिंग इन द ब्लैंक्स फिल कर सकते हो, बहुत कुछ है, बहुत कपले, बहुत सिस्टम, बहुत मतलब स्कैम हो गए, फ्रॉड हो गए। तो फिर फीडबैक भी होगा। जे फीडबैक माड़ा आई गया, वारी आऊगी दोबारा, वारी आन नहीं दी। किन्हां ने वारी नहीं आन दी? लोकां ने वारी नहीं आन दी। किसी को पता ही नहीं सी कि भी आप पार्टी पंजाब दे विच इन्नियां वोटां लै जाऊगी, इन्नियां सीट्स लै जाऊगी। तो फिर की है मेजोरिटी ऑफ पीपल, किसी को नहीं पता सी कि भी साने वोट किनू पानी है, पर अंदर गति सारे एक पासे ही चली गई। तो वह फीडबैक होएगा, फीडबैक के अकॉर्डिंग तो चलना पैना ही है। फीडबैक की है सारी दी सारी कहानी दस दिंदा है। तो यह ने उसके फंक्शन। तो इस थ्योरी का जन्म किस तो हुंदा है? इस थ्योरी का जन्म किस तो हुंदा है? डेविड ईस्टन की सिस्टम अप्रोच तो हुंदा है। डेविड ईस्टन की सिस्टम अप्रोच तो हुंदा है। आई होप कि समझ आ गया होगा सारा, तुसीं नोट डाउन कर ले। गैब्रियल एलमंड एंड कोलेमन। कोलेमन इंसान का ही नाम है, ठीक है, किते कुछ होर समझो तुसीं। इन्होंने की लिखिया सी? रोट द पॉलिटिक्स ऑफ डेवलपिंग एरियाज। ये बुक तुहानू पता किन्हां वास्ते सी? ये बुक सी थर्ड वर्ल्ड वास्ते, तीजी दुनिया वास्ते, तीजी दुनिया वास्ते। ते इस तीजी दुनिया दे विच की है? फोर करैक्टर, फोर करैक्टर करैक्टरिस्टिक्स ऑफ सोवरनिटी। प्रभु सत्ता दे 4 करैक्टर किन्हां लई? तीजे वर्ल्ड लई, तीजी दुनिया वास्ते, जिहड़ियां कि बेचारियां हले अंडर डेवलप्ड ने। इंडिया किस किस चाहता? डेवलपिंग कंट्रीज च। चाइना किस चाहता? डेवलपिंग कंट्रीज च। यूएसए डेवलप्ड, रशिया डेवलप्ड, जापान डेवलप्ड, ब्रिटेन डेवलप्ड।
ਆਪਾਂ ਡਿਵੈਲਪਿੰਗ ਚ ਆ ਰਹੇ ਹਾਂ, ਪਰ ਉਸ ਸਮੇਂ ਆਪਾਂ ਡਿਵੈਲਪਿੰਗ ਚ ਨਹੀਂ ਆ ਰਹੇ ਸੀ। ਜਦੋਂ ਆਜ਼ਾਦ ਹੋਏ ਸੀ ਕਿਸ ਚ ਆ ਰਹੇ ਸੀ? ਅੰਡਰ ਡਿਵੈਲਪਿੰਗ। ਅੰਡਰ ਡਿਵੈਲਪਿੰਗ, ਡਿਵੈਲਪਿੰਗ ਤੋਂ ਵੀ ਨੀਚੇ ਸੀ। ਆਪਣਾ ਵਿਕਾਸ ਹਲੇ ਹੋਣਾ ਸ਼ੁਰੂ ਹੀ ਹੋਇਆ ਸੀ। ਤਾਂ ਉਹਨਾਂ ਵਾਸਤੇ, ਉਹਨਾਂ ਦੀ ਪ੍ਰਭੂ ਸੱਤਾ ਵਾਸਤੇ, ਉਹਨਾਂ ਦੇ ਪੋਲੀਟੀਕਲ ਸਿਸਟਮ ਵਾਸਤੇ ਚਾਰ ਕਰੈਕਟਰ ਦੱਸੇ ਸੀ ਕਿਹਨਾਂ ਨੇ? ਗੈਬਰੀਅਲ ਐਲਮੰਡ ਤੇ ਕੋਲੀਮੈਨ ਨੇ। ਇਹ ਵੀ ਮੈਂ ਤੁਹਾਨੂੰ ਨਾਲ ਐਡੀਸ਼ਨ ਕਰਵਾ ਦਿੱਤੀ। ਇਹ ਮੈਂ ਤੁਹਾਨੂੰ ਐਡੀਸ਼ਨਲ ਕਰਵਾਤਾ ਗਾਇਸ, ਠੀਕ ਹੈ। ਚਾਰ ਕਰੈਕਟਰ ਕਿਹਨਾਂ ਵਾਸਤੇ? ਥਰਡ ਵਰਲਡ ਵਾਸਤੇ, ਕਿ ਵੀ ਉਹਨਾਂ ਦਾ ਵੀ ਸੋਚਣਾ ਪਊਗਾ। ਹੁਣ ਡਿਵੈਲਪਡ ਕੰਟਰੀਜ਼ ਦਾ ਸੋਚ ਲਿਆ, ਡਿਵੈਲਪਿੰਗ ਕੰਟਰੀਜ਼ ਦਾ ਸੋਚ ਲਿਆ, ਡਿਵੈਲਪਡ ਦਾ ਸੌਰੀ, ਤੇ ਡਿਵੈਲਪਿੰਗ ਕੰਟਰੀ ਬਾਰੇ ਕੌਣ ਸੋਚੂਗਾ? ਉਹਨਾਂ ਦੇ ਪੋਲੀਟੀਕਲ ਸਿਸਟਮ ਬਾਰੇ ਕੌਣ ਸੋਚੂਗਾ? ਇਹ ਵੀ ਤਾਂ ਮੈਟਰ ਕਰਦਾ ਹੈ ਬਹੁਤ ਜ਼ਿਆਦਾ। ਯੈਸ, ਲਿਖ ਲਓ, ਡਾਊਨ ਕਰੋ ਫਟਾਫਟ। ਤੇ ਕੁਝ ਥਿਊਰੀਆਂ ਲਿਖਵਾ ਰਹੇ ਆ ਕਿ ਵੀ ਆਹ ਥਿਊਰੀ ਕਿਸਨੇ ਦਿੱਤੀ, ਆਹ ਥਿਊਰੀ ਕਿਸਨੇ ਦਿੱਤੀ, ਆਹ ਥਿਊਰੀ ਕਿਸਨੇ ਦਿੱਤੀ। ਤੁਸੀਂ ਕੱਲ ਨੂੰ ਐ ਨਹੀਂ ਕਹਿ ਸਕਦੇ ਤੇ ਨਾ ਹੀ ਐਗਜ਼ਾਮੀਨਰ ਐ ਕਹੂਗਾ ਕਿ ਵੀ ਤੁਸੀਂ ਕਰਨੀ ਸੀ ਇਹ, ਤਾਂ ਮੈਂ ਤੁਹਾਨੂੰ ਕਰਵਾ ਰਿਹਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕਮਿਊਨੀਕੇਸ਼ਨ ਥਿਊਰੀ ਕਿਸਨੇ ਦਿੱਤੀ ਹੈ? ਕਾਲ, ਪੰਜਾਬੀ ਚ ਬੋਲਦੇ ਆ ਡੋਸ਼, ਇੰਗਲਿਸ਼ ਚ ਬੋਲਦੇ ਆ ਡਿਊਸ਼, ਡਿਊਸ਼, ਕਾਲ ਡੋਸ਼। ਥਿਊਰੀ ਆਫ ਸੋਵਰਨਿਟੀ, ਸੋਵਰਨਿਟੀ ਦਾ ਮਤਲਬ ਹੁੰਦਾ ਹੈ ਪ੍ਰਭੂ ਸੱਤਾ ਦੀ ਜਿਹੜੀ ਥਿਊਰੀ ਦਿੱਤੀ ਹੈ ਉਹ ਕਿਸਨੇ ਦਿੱਤੀ ਹੈ? ਆਸਟਿਨ ਨੇ, ਆਸਟਿਨ ਨੇ ਦਿੱਤੀ ਹੈ। ਸਟਰਕਚਰਲ ਫੰਕਸ਼ਨ ਅਪਰੋਚ ਐਲੀਮੈਂਟ ਤੇ ਪੋਵਲ ਨੇ। ਥਰਡ ਵਰਡ ਵਾਸਤੇ ਐਲੀਮੈਂਟ ਤੇ ਕੋਲੇਮੈਨ ਨੇ। ਡੇਵਿਡ ਈਸਟਨ ਨੇ ਸਿਸਟਮ ਅਪਰੋਚ ਦਿੱਤੀ ਸੀ, ਸਿਸਟਮ ਅਪਰੋਚ। ਚਾਰ ਪੰਜ ਇਕੱਠੀਆਂ ਹੋ ਗਈਆਂ। ਤਾਂ ਕਹਾਣੀ ਪਤਾ ਕਿੱਥੇ ਹੈ? ਇਹ ਕੁੱਲ ਮਿਲਾ ਕੇ ਕਹਾਣੀ ਕਿਹਦੇ ਵਿਚਕਾਰ ਹੈ? ਪੋਲੀਟੀਕਲ ਸਿਸਟਮ ਇੱਕ ਪਾਸੇ ਕੌਣ ਨੇ? ਲੋਕ ਨੇ। ਦੂਜੀ ਵਰਲਡ ਵਾਰ ਤੋਂ ਬਾਅਦ ਲੋਕ ਨੇ, ਤੇ ਦੂਜੇ ਪਾਸੇ ਕੀ ਹੈ? ਗੌਰਮੈਂਟਾਂ ਨੇ। ਗੌਰਮੈਂਟਾਂ ਨੇ ਕਿ ਡੈਮੋਕ੍ਰੈਟਿਕ ਨੇਸ਼ਨਸ ਦੇ ਵਿੱਚ ਕੀ ਆ? ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਹੈ, ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ। ਲੋਕ ਆਪਣੀਆਂ ਮੰਗਾਂ ਰੱਖਣਗੇ, ਧਰਨੇ ਲਗਾਉਣਗੇ, ਮੂਵਮੈਂਟਸ ਕੱਢਣਗੇ, ਗਵਰਨਮੈਂਟ ਤੇ ਪ੍ਰੈਸ਼ਰ ਪਾਣਗੇ, ਤੇ ਗਵਰਨਮੈਂਟ ਕੀ ਹੈ? ਡਿਸੀਜਨ ਲਊਗਾ, ਪਾਲਿਸੀਆਂ ਬਣਾਊਗਾ। ਬਸ ਕਹਾਣੀਆਂ ਸਾਰੀਆਂ ਇਸ ਦੇ ਉੱਪਰ। ਡਿਸੀਜਨ ਮੇਕਿੰਗ ਥਿਊਰੀ, ਗਵਰਨਮੈਂਟ ਡਿਸੀਜਨ ਕਿਵੇਂ ਲਊਗਾ। ਕਮਿਊਨੀਕੇਸ਼ਨ ਥਿਊਰੀ, ਕਿ ਗਵਰਨਮੈਂਟ ਤੱਕ ਗੱਲ ਕਿਵੇਂ ਪਹੁੰਚੂਗੀ। ਮੀਡੀਆ, ਪ੍ਰੈਸ, ਨਿਊਜ਼ਪੇਪਰ, ਸੋਸ਼ਲ ਮੀਡੀਆ, ਫੇਸਬੁੱਕ, ਇਹਦੇ ਵਾਸਤੇ ਨੇ। ਸਿਸਟਮ ਅਪਰੋਚ ਹੋ ਗਏ ਜਾਂ ਫਿਰ ਪੋਲੀਟੀਕਲ ਅਪਰੋਚ ਹੋ ਗਿਆ ਡੇਵਿਡ ਈਸਟਨ। ਉਸ ਤੋਂ ਬਾਅਦ ਕੀ ਆ? ਇਹ ਤਾਂ ਕਹਾਣੀ ਇਹਨਾਂ ਦੇ ਵਿਚਕਾਰ ਆ। ਚਲੋ ਗੱਲ ਤਾਂ ਇੱਥੇ ਇਹ ਖਤਮ ਹੁੰਦੀ ਹੈ ਕਿ ਵੀ ਪਤਾ ਲੱਗ ਗਿਆ ਕਿ ਵੀ ਲੋਕ ਮੰਗਾਂ ਰੱਖਣਗੇ, ਸਪੋਰਟ ਹੋਏਗੀ ਲੋਕਾਂ ਦੀ ਮੈਜੋਰਿਟੀ ਦੇ ਵਿੱਚ, ਪ੍ਰੋਟੈਸਟ ਕਰਨਗੇ, ਉਹ ਦਬਾਅ ਪਾਣਗੇ। ਪਰ ਜੇ ਮੈਂ ਗੱਲ ਕਰਾਂ ਨਾਰਥ ਕੋਰੀਆ ਦੀ, ਚਾਈਨਾ ਦੀ, ਰਸ਼ੀਆ ਦੀ, ਜਾਂ ਕੁਝ ਮੁਸਲਿਮ ਕੰਟਰੀਜ਼ ਸੀ, ਇੱਥੇ ਸਿਸਟਮ ਕੀ ਚੱਲਦਾ? ਕਮਿਊਨੀਕੇਸ਼ਨ ਥਿਊਰੀ ਕਿਸਨੇ ਦਿੱਤੀ ਸੀ? ਕਾਰਲ ਡੋਸ਼ ਨੇ। ਕਮਿਊਨੀਕੇਸ਼ਨ ਥਿਊਰੀ ਦੇ ਵਿੱਚ ਹੁੰਦਾ ਕੀ ਹੈ ਗਾਇਸ? ਕਿ ਲੋਕਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਣਗੀਆਂ ਕਿਸ ਤਰੀਕੇ ਦੇ ਨਾਲ, ਤੇ ਉਹ ਕਿਹੜਾ ਤਰੀਕਾ ਹੋਊਗਾ? ਉਹ ਮੀਡੀਆ ਹੋਊਗਾ, ਤੇ ਉਹ ਮੀਡੀਆ ਹੀ ਪ੍ਰਭਾਵ ਪਾਉਂਦਾ ਹੈ ਸਰਕਾਰ ਤੇ ਸਰਕਾਰ ਨੂੰ ਮਜਬੂਰ ਕਰਦਾ ਹੈ। ਸਰਕਾਰ ਮਜਬੂਰ ਹੁੰਦੀ ਹੈ, ਹੌਲੀ ਹੌਲੀ ਹੋ ਕੇ, ਹੌਲੀ ਹੌਲੀ ਮੰਗਾਂ ਮੰਨਦੀ ਹੈ, ਹੌਲੀ ਹੌਲੀ ਸਿਸਟਮ ਨੂੰ ਚਲਾਉਂਦੀ ਹੈ, ਪਾਲਿਸੀਆਂ ਬਣਾਉਂਦੀ ਹੈ, ਲੋਕਾਂ ਨੂੰ ਖੁਸ਼ ਕਰਦੀ ਹੈ। मैं करवाया हुआ है, मेरे लेक्चर रिकॉर्ड ने, इससे लेक्चर रिकॉर्ड्स ने, पर मैंने उसका कुछ किया है। पिछलियां थ्योरियां का जो मसाला है ना, वो मैं ਇਹਦੇ ਵਿੱਚ ਜੋੜਿਆ ਹੈ ਕਿਉਂਕਿ ਰਿਲੇਸ਼ਨ ਬਣ ਰਿਹਾ ਗਾਇਸ। ਰਿਲੇਸ਼ਨ ਬਣਦਾ ਹੈਗਾ ਅਲਟੀਮੇਟਲੀ, ਨਾ ਚਾਹੁੰਦੇ ਵੀ ਰਿਲੇਸ਼ਨ ਬਣਦੇ। ਤੇ ਇਹ ਕਮਿਊਨੀਕੇਸ਼ਨ ਥਿਊਰੀ ਕਿਸਨੇ ਦਿੱਤੀ ਆ? ਕਾਲ, KARL, ਡੋਸ਼।
पर गल कर रहे नॉर्थ कोरिया, इत्थे तां डिक्टेटरशिप ने, इत्थे तानाशाह ने नॉर्थ कोरिया च, किसी नूं बोलण दी कोई मतलब कि आज़ादी ही नहीं। तानाशाह के खिलाफ कोई बोल ही नहीं सकता, कोई प्रोटेस्ट ही नहीं कर सकता, कोई धरना ही नहीं ला सकता, कोई बोर्ड लैके नहीं खड़ सकता। इत्थे सिस्टम खत्म। लोग किवें रह रहे हैं? पिछे जे इत्थे केले की है 10,000 रुपए किलो हो गया सी, बहुत इन्फ्लेशन आ गई सी, बहुत बुरा हाल चलदा नॉर्थ कोरिया च। चाइना दे विच एक्स जिनपिंग, लोकां नूं बोलण दा अधिकार बहुत घट है, रिस्ट्रिक्ट ने लोग। एक पार्टी सिस्टम है चाइना, चाइना च तो वन पार्टी सिस्टम है, बस उस पार्टी का चेहरा ही बदलूगा। लोगों को बोलण दा बहुत घट रिस्ट्रिक्ट ने। मेरिया पुरानियां जो टॉपिक्स करवाए ने ना, उत्थे मैंने दस्या होया चाइना दे सिस्टम की है, एक्सप्लेनेशन दे रखी है ने मैं। वन पार्टी रूल है इत्थे। लोकां दियां जेड़े लोकां दे जेड़े अधिकार ने ना, राइट्स ने, वो लिमिटेड ने, जेड़ियां ड्यूटीज ने वो ज्यादा ने कि तुसी राज दे लई आ ड्यूटियां निभाणियां ही निभाणियां ने, पर थोड़े अधिकार घट ने। रशिया प्रेसिडेंट गोरबाचेव 1991, यूएसएसआर का पतन। जिमें ही यूएसएसआर का पतन होया, मतलब रशिया ना मोडी सीगा यूएसएसआर कंट्रियां दा, मतलब 5 ਤੋਂ 6 कंट्रियां दा मोडी सी, ਵੱਧ कंट्रियां दा मोडी सी। वो कहता कि साडे तां अपने हालात खराब ने, असीं तुहाडे ते किवें राज कर लईए। तां जिमें ही यूएसएसआर का पतन होया 1991 ਦੇ ਵਿੱਚ, दूजी कोल्ड वार खत्म हुई। जो यूएसए ते यूएसएसआर ਦੇ ਵਿਚਕਾਰ मनमुटाव सी वो खत्म होए। विजेता कौन होया? यूएसए होया। गोरबाचेव ਦੀਆਂ शांतमई पॉलिसियां ने किया यूएसएसआर ਨੂੰ बचा लिया, नहीं तो यूएसएसआर मतलब कि रशिया डुब गया सी हुण पूरी तरह। तो उस तो बाद स्टैंड होना शुरू होया। इत्थे भी रिस्ट्रिक्टेड है, लोगों को घट अधिकार ने, अपना मीडिया है। चाइना का भी अपना मीडिया है, मतलब कि चाइना दे विच अपनी ऐप्स चलदियां ने, पता ही नहीं दुनिया नूं कि भी चाइना चल की रहा। रशिया बारे नहीं पता लग रहा दुनिया च चल की रहा। उत्थे रूल स्ट्रिक्ट ने, लॉ बड़े स्ट्रिक्ट ने, ड्यूटियां लोगों दी ज्यादा ने ते अधिकार घट ने। कुछ मुस्लिम कंट्रियां दा पॉलिटिकल सिस्टम इन्ना खराब है कि भी उत्थे लोकां नूं बोलण दिता जांदा है, ड्यूटियां भी ने, राइट्स भी ने, पर जे वो अपने पॉलिटिकल सिस्टम तो खफा हो जाते हैं, नाराज होंदे ने, फिर उत्थे पता की हुंदे ने, उत्थे की हुंदे ने, रॉइट्स हुंदे ने, दंगे हुंदे ने, एने के दंगे कि जिहड़ा पीएम हुंदा ना ते जिहड़ा राष्ट्रपति हुंदा, उन्हां दे मकान नूं ही अग लगांदे ने लोग। एडे खतरनाक दंगे हुंदे ने। जिवें चाइना दे विच नहीं, सॉरी श्रीलंका च नहीं होया सी, राष्ट्रपति दे घर नूं ही अग लगाती। मुस्लिम कंट्रियां च तां बाहर कढ के मार दिंदे ने। उत्थे पॉलिटिकल सिस्टम अलग ने। आई होप समझ आ गया होगा। सो अमन ते मनप्रीत, दोने अमन ते एक मनप्रीत, दस दो ओके है सारा कुछ। तो मुस्लिम कंट्री च दंगे हो जाते हैं कि भी हाँ जी तख्ता पलटता जी। म्यांमार दे विच की होया सी? म्यांमार दे विच की होया सी? म्यांमार दे जिहड़ी प्रेजिडेंट सी अंग सैन सुई की, ये लेडी है, उत्थे दी फ्रीडम फाइटर है, बहुत प्रोटेस्ट किते, बहुत ज्यादा अत्याचार सहे। चलो जी डेमोक्रेसी शुरू हुई, लोगों ने वोट पा के अंग सैन सुई को ही नहीं जिताता। हुण उत्थे पता किहड़ा रूल चल रहा है? मिलिटरी रूल। की पॉलिटिकल सिस्टम है उत्थे कि मिलिटरी ने कब्जा कर लिया। मिलिटरी ने सारे मीडिया के उपर, सारे एमपीआं के उपर, सारे राजनेताओं के उपर कब्जा किया होया, उन्होंने नजरबंद किया होया। ते यूएसए ते बहुत सारिया कंट्रियां की ने उन्हों का की कर रही ने? बायकाट कर रही ने, उन्होंने उपर पाबंदियां लगा रही ने, आलोचना कर रही ने। तो दुनिया च बहुत पॉलिटिकल सिस्टम चल रहे हैं। तो सब नालों वधिया पॉलिटिकल सिस्टम चल रहा है डेमोक्रेसी दे विच।
ਆਪਣੇ ਇੰਡੀਆ 'ਚ ਆਪਾਂ ਨੂੰ ਬੋਲਣ ਦੀ ਆਜ਼ਾਦੀ ਦਿੱਤੀ ਗਈ ਹੈ ਆਰਟੀਕਲ 19(1)(a) ਦੇ ਵਿੱਚ, ਆਰਟੀਕਲ 19(1)(a) ਦੇ ਵਿੱਚ, ਪਰ ਪਾਬੰਦੀਆਂ ਵੀ ਲਗਾਈਆਂ ਗਈਆਂ ਨੇ। ਆਜ਼ਾਦੀ ਦੇ ਨਾਲ ਪਾਬੰਦੀਆਂ ਵੀ ਲਗਾਈਆਂ ਗਈਆਂ ਨੇ। ਜੇ ਆਜ਼ਾਦੀ ਦਿੱਤੀ ਹੋਈ ਹੈ, ਬੋਲਦੇ ਆ, ਲਿਖਦੇ ਆ, ਇਸ਼ਾਰੇ ਕਰਦੇ ਆ, ਬੋਰਡ, ਹੋਲਡਿੰਗ ਬੋਰਡ, ਯੈਸ, ਪਾਬੰਦੀਆਂ ਵੀ ਨੇ ਕਿ ਆ ਨਹੀਂ ਕਰ ਸਕਦੇ, ਤੁਸੀਂ ਆ ਨਹੀਂ ਕਰ ਸਕਦੇ। ਆਰਟੀਕਲ 19(1)(b) ਦੇ ਵਿੱਚ ਕੀ ਹੈ? ਸ਼ਾਂਤਮਈ ਤਰੀਕੇ ਦੇ ਨਾਲ ਕੀ ਹੈ? ਧਰਨੇ ਲਗਾਉਣ ਦੀ, ਜਿਹੜੇ ਕਿ ਲੱਗੇ ਸੀ, ਧਰਨੇ ਲਗਾਉਣ ਦੀ। ਐਗਰੀਕਲਚਰ ਦੇ ਪ੍ਰੋਟੈਸਟ ਦੇ ਦੌਰਾਨ ਕੀ ਹੈ? ਕਾਲੇ ਰੰਗ ਦੇ ਝੰਡੇ ਲੋਕਾਂ ਨੇ ਆਪਣੀ ਬਾਈਕ ਦੇ, ਆਪਣੇ ਸਕੂਟਰ ਦੇ, ਆਪਣੀ ਗੱਡੀ ਦੇ ਅੱਗੇ ਲਗਾਏ ਸੀ। ਕਿਹੜੇ ਆਰਟੀਕਲ ਦੇ ਅਕੋਰਡਿੰਗ? ਆਰਟੀਕਲ 19(1)(a) ਦੇ ਅਕੋਰਡਿੰਗ। ਜਿਹੜੇ ਧਰਨੇ ਲੱਗੇ ਸੀਗੇ, ਐਗਰੀਕਲਚਰ ਪ੍ਰੋਟੈਸਟ ਹੋਏ ਸੀ ਦਿੱਲੀ 'ਚ, ਆਰਟੀਕਲ 19(1)(b) ਦੇ ਅਕੋਰਡਿੰਗ। ਆਪਾਂ ਨੂੰ ਆਜ਼ਾਦੀ ਤਾਂ ਹੈ, ਚਾਹੇ ਸਰਕਾਰ ਨੇ ਲੇਟ ਮੰਨਿਆ ਹੈ, ਪਰ ਪਾਲਿਸੀਆਂ ਦੇ ਉੱਪਰ ਵਿਚਾਰ ਤਾਂ ਕੀਤਾ ਨਾ, ਹੌਲੀ ਹੌਲੀ ਵਿਚਾਰ ਤਾਂ ਕੀਤਾ ਨਾ, ਸੈਟਿੰਗ ਤਾਂ ਕੀਤੀ ਨਾ, ਤਾਂ ਆਹੀ ਪੋਲੀਟੀਕਲ ਸਿਸਟਮ ਕੀ ਆ? ਸਿਸਟਮ ਚੱਲ ਰਿਹਾ ਹੈ। ਜਿੱਥੇ ਸਿਸਟਮ ਖਤਮ ਹੋ ਗਿਆ ਉੱਥੇ ਜਨਤਾ ਇਕੱਠੀ ਹੋਊਗੀ ਤੇ ਦੰਗੇ ਹੀ ਦੰਗੇ ਹੋਣਗੇ, ਖੂਨ ਖਰਾਬਾ ਹੋਊਗਾ, ਤਖਤਾ ਪਲਟ। ਅਫਗਾਨਿਸਤਾਨ ਦੇਖ ਲਓ, ਵੱਡੀ ਐਗਜ਼ਾਮਪਲ ਹੈ। ਅਫਗਾਨਿਸਤਾਨ ਦਾ ਜਿਹੜਾ ਰਾਸ਼ਟਰਪਤੀ ਸੀਗਾ, ਗੱਡੀਆਂ ਭਰ ਕੇ, ਹੈਲੀਕਾਪਟਰ ਭਰ ਕੇ, ਪੈਸਿਆਂ ਦਾ, ਦੇਸ਼ ਹੀ ਛੱਡ ਗਿਆ, ਪਿੱਛੇ ਤਾਲਿਬਾਨ ਨੇ ਕਬਜ਼ਾ ਕਰ ਲਿਆ। ਸਿਸਟਮ ਕੋਲੈਪਸ, ਪੋਲੀਟੀਕਲ ਸਿਸਟਮ ਕੋਲੈਪਸ। ਤਾਂ ਡੈਮੋਕ੍ਰੇਸੀ ਦੇ ਵਿੱਚ ਕੀ ਹੈ? ਸਿਸਟਮ ਹਲੇ ਫਿਰ ਵੀ ਕੰਟਰੋਲ 'ਚ ਹੈ, ਕਿਉਂਕਿ ਲੋਕਾਂ ਨੂੰ ਆਜ਼ਾਦੀ ਹੈ ਤੇ ਸਰਕਾਰਾਂ ਵੀ ਟਾਈਮ ਸਿਰ ਮੰਨ ਜਾਂਦੀ ਹੈ, ਚਾਹੇ ਹੌਲੀ ਹੌਲੀ ਮੰਨਦੀ ਹੈ, ਪਰ ਮੰਨ ਤਾਂ ਜਾਂਦੀ ਹੈ। this is a fact actually. So guys, here is the end from my side. This is over from me. So ਅੱਜ ਦਾ ਲੈਕਚਰ ਇੱਥੇ ਤੱਕ ਹੀ, ਮਿਲਦੇ ਹਾਂ ਕੱਲ। ਸੱਚ ਕੱਲ ਛੁੱਟੀ ਹੈ ਨਾ, ਮੇਰੀ ਛੁੱਟੀ ਹੈ ਨਾ, ਤੁਹਾਡੀ ਵੀ ਛੁੱਟੀ ਹੈ। ਸੰਡੇ ਬਹੁਤ ਲੇਟ ਆਉਂਦਾ ਹਨਾ, ਸੰਡੇ ਜਲਦੀ ਆਉਣਾ ਚਾਹੀਦਾ। ਸੋ ਮੇਰੇ ਐਂਡ ਤੋਂ ਓਵਰ ਗਾਇਸ, ਬਾਏ ਬਾਏ एवरीवन। ਤੇ ਪਲੀਜ਼ ਲਾਸਟ ਰਿਸਪੌਂਸ ਦੇ ਦਿਓ। ਸਮਝ ਆ ਗਿਆ ਸਾਰਾ ਕੁਝ ਮਨਪ੍ਰੀਤ?